ਵਾਹਿਗੁਰੂ ਸਾਹਿਬ ਜੀ। ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਜਿਨਾ ਭਾਗ ਮਥਾਹੇ, ਸੇ ਨਾਨਕ ਹਰ ਰੰਗ ਮਾਣ ਦੋ। ਤੂੰ ਸੁਲਤਾਨ ਕਹਾਂ ਹਉ ਮੀਆਂ, ਤੇਰੀ ਕਵਣ ਵਡਾਈ। ਜੋ ਤੂੰ ਦੇਹ ਸੋ ਕਹਾਂ ਸੁਆਮੀ। ਮੈਂ ਮੂਰਖ ਕਹਿਨ ਨਾ ਜਾਈ। ਤੇਰੇ ਗੁਣ ਗਾਵਾਂ ਦੇਹ 부ਝਾਈ। ਜੈਸੇ ਸੱਚ ਮੈਂ ਰਹੋ ਰਜਾਈ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬੀਜੋ ਸੂਝੈ ਕੋ ਨਹੀਂ, ਬਹਿ ਦੁਲੀਚਾ ਪਾਏ। ਨਰਕ ਨਿਵਾਰਨ ਨਰਹਿ ਨਾਰ, ਸਾਚੋ ਸਾਚੈ ਨਾਏ। ਵਾਣ ਤ੍ਰੇਣ ਢੂੰਡਤ ਫਿਰ ਰਹੀ, ਮਨ ਮੈਂ ਕਰੋ ਵਿਚਾਰ। ਲਾਲ ਰਤਨ ਬਹੁ ਮਾਣ ਕੀ, ਸਤਿਗੁਰ ਹਾਥ ਭੰਡਾਰ। ਊਤਮ ਹੋਵਾਂ ਪ੍ਰਭ ਮਿਲੈ, ਇਕ ਮਨ ਏਕੈ ਭਾਏ। ਨਾਨਕ ਪ੍ਰੀਤਮ ਰਸ ਮਿਲੇ, ਲਾਹਾ ਲੈ ਪਰਥਾਏ। ਰਚਨਾ ਰਾਚ ਜਿਨ ਰਚੀ, ਜਿਨ ਸਿਰਿਆ ਆਕਾਰ। ਗੁਰਮੁਖ ਬੇਅੰਤ ਧਿਆਈਐ, ਅੰਤ ਨ ਪਾਰਾਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਰਾਜਾਨ ਰਾਜ ਪਾਣਾਨ ਪਾਣ, ਦੇਵਾਨ ਦੇਵ ਉਪਮਾ ਮਹਾਨ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤਿਨਾਂ ਦੇ ਪਾਵਨ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਸਾਹਿਬ ਗਲੈਨਵੁੱਡ ਤੋਂ ਸਾਹਿਬ ਜੀ ਦੀ ਪਾਵਨ ਬਾਣੀ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਵਨ ਪਵਿੱਤਰ ਪਾਠ ਸਰਵਣ ਕੀਤੇ ਹਨ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਮਾਲਕ ਜੀ ਉਹ ਘਰ ਕੈਸਾ ਹੈ, ਦਰ ਕੈਸਾ ਹੈ, ਜਿਤ ਬਹਿ ਸਰਬ ਸੰਭਾਲੇ। ਜਿੱਥੇ ਬੈਠ ਕੇ ਤੂੰ ਸਾਰਿਆਂ ਜੀਆਂ ਦੀ ਸੰਭਾਲ ਪ੍ਰਤਪਾਲਣਾ ਪਿਆ ਕਰ ਰਿਹਾ ਹੈ। ਜਿਤ ਬਹਿ ਸਰਬ ਸੰਭਾਲੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਇਹਨਾਂ ਫਿਰ ਬਚਨਾਂ ਅੰਦਰ ਸੋ ਦਰ ਦੇ ਜਿਨੇ ਫਿਰ ਸਾਧ ਸੰਗਤ ਜੀਓ ਦਰਸ਼ਨ ਕੀਤੇ, ਫਿਰ ਅਗਾਂ ਸੋ ਦਰ ਤੋਂ ਉਪਰੰਤ ਸੋ ਪੁਰਖ ਦੇ ਘਰ ਵੱਲ ਨੂੰ, ਜੋ ਦਰ ਦੇ ਉਸ ਅੰਦਰ ਹੈ, ਘਰ ਦੇ ਅੰਦਰ ਹੈ, ਫਿਰ ਸੋ ਪੁਰਖ ਦੇ ਸ਼ਬਦ ਨੇ। ਦਰ ਤੋਂ ਉਪਰੰਤ ਫਿਰ ਪੁਰਖ ਦੇ ਘਰ ਵੱਲ ਨੂੰ, ਉਸ ਪੁਰਖ ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ ਦੇ ਜਿਹੜੇ ਆਪਾਂ
ਪਾਵਨ ਪਵਿੱਤਰ ਮੁਬਾਰਕ ਬਚਨ ਦਰਸ਼ਨ ਕਰਦੇ ਹਾਂ, ਫਿਰ ਸੋ ਦਰ ਤੋਂ ਉਪਰੰਤ ਸੋ ਪੁਰਖ ਦੇ ਘਰ ਵੱਲ ਨੂੰ ਜੀਵ ਨੇ ਚਾਲਾ ਮਾਰਨਾ ਹੈ। ਇਸ ਗਿਆਨ ਤੋਂ ਭਾਵ ਵੀ ਇਹੋ ਹੈ ਜੋ ਜੀਵ ਜੀਵਨ ਵਿੱਚ ਗਿਆਨ ਇਕੱਤਰ ਕਰਦਾ ਹੈ। ਗਿਆਨ ਇਕੱਤਰ ਕਰਨ ਤੋਂ ਭਾਵ ਕੇਵਲ ਇਤਨਾ ਹੀ ਨਹੀਂ ਕਿ ਕੇਵਲ ਉਹ ਕਿਤਾਬੀ ਜਾਂ ਫਿਰ ਉਹ ਕੇਵਲ ਸੰਸਾਰੀ ਤੌਰ 'ਤੇ ਰਹਿ ਜਾਏ। ਇਸ ਦਾ ਭਾਵ ਇਹ ਵੀ ਹੈ ਕਿ ਉਹਨੂੰ ਜੀਵਨ ਦੇ ਅੰਦਰ ਉਹਨਾਂ ਬਚਨਾਂ ਨੂੰ, ਉਹਨਾਂ ਨੇਮਾਂ ਨੂੰ ਉਹ ਲਾਗੂ ਵੀ ਕਰਦਾ ਹੈ। ਕਿਉਂਕਿ ਜਿਹੜੀ ਬਾਣੀ ਦੀ ਆਪਾਂ ਸਾਧ ਸੰਗਤ ਜੀ ਉਹ ਵਿਆਖਿਆ ਸਰਵਣ ਕਰ ਰਹੇ ਹਾਂ ਕਈ ਦਿਨਾਂ ਤੋਂ, ਗੁਰੂ ਕੀ ਕਿਰਪਾ ਮਿਹਰ ਦੇ ਨਾਲ ਸਤਿਗੁਰੂ ਜੀ ਨੇ ਤਰਸ ਕੀਤਾ ਸੀ। ਜਿਸ ਦਿਨ ਇਹਨਾਂ ਸਥਾਨਾਂ 'ਤੇ ਸੇਵਾ ਆਰੰਭ ਕੀਤੀ ਸੀ, ਉਹਨਾਂ ਦਿਨਾਂ ਤੋਂ ਪਾਵਨ ਪਵਿੱਤਰ ਸਤਿਗੁਰੂ ਜੀ ਕੀ ਬਾਣੀ ਆਪਾਂ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਕਰਕੇ ਆਰੰਭ ਕੀਤੀ ਸੀ। ਇਹ ਓਂਕਾਰ ਪਾਵਨ ਬੋਲ, ਇਹ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਨਰਮਦਾ ਨਦੀ ਦੇ ਕਿਨਾਰੇ ਤੇ ਓਂਕਾਰੇਸ਼ਵਰ ਜੋ ਮੰਦਰ, ਉਸ ਥਾਂ ਤੇ ਜਦੋਂ ਗੁਰਦੇਵ ਉੱਥੇ ਪਹੁੰਚੇ ਸਨ ਤੇ ਉੱਥੇ ਸਤਿਗੁਰੂ ਜੀਆਂ ਨੇ ਪੰਡਤ ਜੀਆਂ ਨੂੰ ਜੋ ਸ਼ਬਦ ਕਹੇ ਸਨ। ਪੰਡਤ ਜੀ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਪਹੁੰਚਦੇ ਨੇ ਤੇ ਪੰਡਤ ਜੀ ਨੇ ਬੱਚਿਆਂ ਦੀ ਕਲਾਸ ਲਾਈ। ਪਾਠਸ਼ਾਲਾ ਸੀ ਪੁਰਾਣੇ ਸਮੇਂ, ਮੰਦਰ ਦੇ ਅੰਦਰ ਹੀ ਜੋ ਪਾਠਸ਼ਾਲਾ ਜਾਂ ਧਰਮਸ਼ਾਲਾ ਦੇ ਅੰਦਰ, ਗੁਰੂ ਘਰਾਂ ਦੇ ਅੰਦਰ ਵੀ ਪੁਰਾਤਨ ਸਮੇਂ ਬਹੁਤਾਤ ਵਿੱਚ ਜੋ ਗੁਰੂ ਘਰ ਦੇ ਗ੍ਰੰਥੀ ਸਾਹਿਬਾਨ ਹੁੰਦੇ ਸਨ, ਬੱਚਿਆਂ ਨੂੰ ਧਾਰਮਿਕ ਵਿੱਦਿਆ ਦਿੰਦੇ ਸਨ। ਧਾਰਮਿਕ ਵਿੱਦਿਆ ਦੇ ਨਾਲ ਨਾਲ ਜਿਹੜੀ ਦੁਨਿਆਵੀ ਬੇਸਿਕ ਪੜ੍ਹਾਈ ਹੋਣੀ, 35 ਦੀ ਪੜ੍ਹਾਈ ਜਾਂ ਬੇਸਿਕ ਕਈ ਜਮਾਤਾਂ ਗੁਰੂ ਘਰ ਦੇ ਵਿੱਚੋਂ ਹੀ ਗੁਰਮੁਖ ਪਿਆਰੇ ਸਿੱਖਦੇ ਰਹੇ। ਬਹੁਤਾਤ ਵਿੱਚ ਲੰਮਾ ਸਮਾਂ ਨਹੀਂ, ਥੋੜ੍ਹੇ ਸਮੇਂ ਤੋਂ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਵੇਲੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਉਸ ਸਥਾਨ 'ਤੇ ਗਏ ਤੇ ਪੰਡਤ ਜੀ ਵੀ ਬੱਚਿਆਂ ਨੂੰ ਪੜ੍ਹਾ ਕੇ ਕਲਾਸ ਵਿੱਚੋਂ ਬਾਹਰ ਨਿਕਲ ਰਹੇ ਸਨ, ਜਮਾਤ ਵਿੱਚੋਂ ਬਾਹਰ ਨਿਕਲੇ। ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਪਾਸੇ ਕਰ ਲਿਆ ਪੰਡਤ ਜੀ ਨੂੰ। ਕੀ ਕਰ ਰਹੇ ਹੋ? ਬੱਚਿਆਂ ਨੂੰ ਪੜ੍ਹਾ ਕੇ ਹਟੇ ਹਾਂ। ਭਾਵ ਕੀ ਹੈ ਇਸ ਦਾ? ਪੜ੍ਹਾਉਣ ਦਾ ਭਾਵ ਕੀ ਹੈ? ਮਕਸਦ ਕੀ ਹੈ? ਮੁੱਖ ਮਕਸਦ ਹੈ ਬਈ ਇਹਨਾਂ ਕੋਲ ਇਲਮ ਗਿਆਨ ਹਾਸਲ ਇਹਨਾਂ ਨੂੰ ਹੋਵੇਗਾ ਤੇ ਸੰਸਾਰ ਦੇ ਅੰਦਰ ਇਸ ਗਿਆਨ ਦੇ ਨਾਲ ਇਹ ਪੇਟ ਦੀ ਪੂਰਤੀ, ਉਦਰ ਦੀ ਪੂਰਤੀ ਕਰ ਲੈਣਗੇ। ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਪੰਡਤ ਜੀ ਦੀ ਗੱਲ ਸੁਣੀ। ਪੰਡਤ ਜੀ, ਗਿਆਨ ਕੱਲਾ ਪੇਟ ਦੀ ਪੂਰਤੀ ਨਹੀਂ ਹੁੰਦਾ ਬਈ ਚਲੋ ਕੋਈ ਗਿਆਨ ਇਲਮ ਹਾਸਲ ਹੋਇਆ ਹੈ, ਕੱਲਾ ਪੇਟ ਦੀ ਪੂਰਤੀ ਦਾ ਵਸੀਲਾ ਨਹੀਂ ਹੁੰਦਾ। ਉਹ ਤਾਂ ਆਪ ਉਸ ਗਿਆਨ ਜਾਂ ਇਲਮ ਦੇ ਨਾਲ ਮਨੁੱਖ ਨੂੰ ਆਪ ਜਿੱਥੇ ਉਹ ਸਹਿਜ ਸੁਭਾਅ ਸ਼ਾਂਤੀ ਵਿੱਚ ਵਰਤਦਾ ਹੈ ਤੇ ਜਗਤ ਵਿੱਚ ਹੋਰਨਾਂ ਨੂੰ ਵੀ ਉਹ ਸ਼ਾਂਤੀ ਤੇ ਸਹਿਜ ਸੁਭਾਅ ਨਾਲ ਵਿਚਰਨ ਦੀ ਜਾਚ ਸਿਖਾਉਂਦਾ ਹੈ। ਹੁਣ ਮੰਨ ਲਓ ਸੰਸਾਰ ਦੇ ਅੰਦਰ ਆ ਗਿਆਨ ਹੈ, ਬਹੁਤਾਤ ਵਿੱਚ ਇਹ ਗਿਆਨ ਦਾ ਭਾਵ ਤਾਂ ਇਹੋ ਸੀ ਵੀ ਇਲਮ ਹੈ, ਗਿਆਨ ਹੈ, ਇਸ ਗਿਆਨ ਦੇ ਨਾਲ ਮਨੁੱਖਤਾ ਮਾਤਰ ਦਾ ਭਲਾ ਹੋਵੇ। ਪਰ ਆਪ ਸਹਿਜ ਦੇ ਨਾਲ ਹੀ ਇਹ ਅੰਦਾਜ਼ਾ ਲਾਓ ਵੀ ਜੇ ਇਹੋ ਗਿਆਨ ਦਾ ਮੂੰਹ ਪੁੱਠਾ ਹੋ ਜਾਏ, ਜਗਤ ਦੇ ਨਾਸ਼ ਦਾ ਕਾਰਨ ਬਣ ਜਾਂਦਾ ਹੈ ਤੇ ਬਣ ਵੀ ਰਿਹਾ ਹੈ। ਹਾਲਾਂਕਿ ਇਹ ਬਾਤ ਕੋਈ ਪੱਕੇ ਤੌਰ ਦੇ ਉੱਪਰ ਆਪਾਂ ਦਾਅਵੇ ਨਾਲ ਨਹੀਂ ਕਹਿ ਸਕਦੇ ਵੀ ਇਹ ਚੱਲ ਰਹੀ ਬਿਮਾਰੀ ਕੁਦਰਤੀ ਹੈ ਜਾਂ ਮੈਨ ਮੇਡ ਹੈ, ਕੀ ਹੈ ਇਹਦੇ ਬਾਬਤ। ਹਾਂ, ਜੇ ਫਿਰ ਉਹ ਬਾਤ ਜੇ ਮੈਨ ਮੇਡ ਜਾਂ ਆਪ ਕਿਸੇ ਥਾਂ 'ਤੇ ਤਿਆਰ ਕੀਤਾ ਹੋਇਆ
ਤੇ ਕਿਵੇਂ ਕਹਿ ਸਕਨੇ ਹਾਂ ਵੀ ਗਿਆਨ ਦੇ ਨਾਲ ਸੰਸਾਰ ਦਾ ਕੇਵਲ ਉਹਨਾਂ ਭਲਾ ਕੀਤਾ ਹੈ। ਇਹੋ ਗੱਲ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਪੰਡਤ ਜੀਆਂ ਨੂੰ ਜਿਸ ਵਕਤ ਉੱਥੇ ਕਈ ਅਖੀਰ ਵਾਲੀਆਂ ਜਿਹੜੀਆਂ ਪਾਵਨ ਪਵਿੱਤਰ ਪੌੜੀਆਂ ਨੇ ਨਾ ਬਾਣੀ ਦੀਆਂ, ਮਹਾਰਾਜ ਕਹਿੰਦੇ ਪੰਡਤ ਜੀ ਮਾਫ ਕਰਨਾ, ਬਾਣੀ ਵੇਚ ਰਹੇ ਹੋ ਤੁਸੀਂ। ਮਨਮੁਖ ਵਿਦਿਆ ਵਿਕਰਦਾ ਬਿਖ ਖੱਟਾ ਬਿਖ ਖਾਏ ਪਾਂਦਾ, ਕਿਆ ਉਸ ਨੂੰ ਜਾਂਦਾ ਹੈ ਜਿਹੜਾ ਆਪ ਇਲਮ ਉਹ ਸਹਿਜ ਦੇ ਨਾਲ ਸੰਸਾਰ ਵਿੱਚ ਵਿਚਰੇ ਤੇ ਸਹਿਜ ਦਾ ਤੇ ਨਾਲ ਹੀ ਉਹ ਆਪਣੇ ਚਾਟੜਿਆਂ ਨੂੰ ਵੀ ਉਹ ਉਪਦੇਸ਼ ਦੇਵੇ। ਸੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੁਰੂ ਕੀ ਬਾਣੀ ਦਾ ਗਿਆਨ, ਗੁਰੂ ਕੀ ਪਾਵਨ ਪਵਿੱਤਰ ਬਾਣੀ ਦਾ ਇਲਮ ਜਾਂ ਰੱਬੀ ਜਿਹੜਾ ਗਿਆਨ ਹੈ, ਉਹ ਰੱਬੀ ਗਿਆਨ ਦਾ ਭਾਵ ਵੀ ਇਹੋ ਹੈ ਕਿ ਸੋ ਦਰ ਤੋਂ ਹੋ ਕੇ ਸੋ ਪੁਰਖ ਉਹਦੇ ਨਾਲ ਇੱਕ ਦੇ ਨਾਲ ਗੁਰੂ ਦੀ ਕਿਰਪਾ ਉਹਦੀ ਬਖਸ਼ਿਸ਼ ਦੇ ਨਾਲ ਸਾਂਝ ਪਾਉਣੀ। ਵਰਨਾ ਗਿਆਨ ਤਾਂ ਬਹੁਤਾਤ ਵਿੱਚ ਹੈ, ਕੇਵਲ ਉਹ ਬਾਹਰੀ ਮਾਤਰ ਹੈ। ਉਹ ਜਾਂ ਫਿਰ ਖਿਮਾ ਕਰਨਾ ਕੇਵਲ ਇਉਂ ਸ਼ਬਦ ਵਰਤ ਲਈਏ ਵੀ ਕੇਵਲ ਉਹ ਸਟੇਜੀ ਤੱਕ ਵੀ ਹੋ ਸਕਦਾ ਹੈ। ਅੱਜ ਦੇ ਜੋ ਪਾਵਨ ਪਵਿੱਤਰ ਪੌੜੀ ਹੈ, ਜੋ ਅੱਜ ਦੇ ਪਾਵਨ ਪਵਿੱਤਰ ਸ਼ਬਦ ਪੌੜੀ ਆਪ ਸਾਧ ਸੰਗਤ ਜੀ ਨੇ ਸਰਵਣ ਕੀਤੀ ਹੈ, ਇਹ ਕਈ ਰੋਜ਼ ਤੋਂ ਲਗਭਗ 3-4 ਦਿਨਾਂ ਤੋਂ ਇਹ ਇੱਕ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਪ੍ਰਕਰਣ ਦੀ ਇੱਕ ਲੜੀ ਰੱਖੀ ਹੋਈ ਹੈ, ਜਿਸ ਲੜੀ ਦੇ ਅੰਦਰ ਗੁਰਦੇਵ ਮਹਾਰਾਜ ਜੀਆਂ ਦੇ ਆਪਾਂ ਪਾਵਨ ਪਵਿੱਤਰ ਬਚਨ ਸਰਵਣ ਕੀਤੇ ਸਨ ਕਿ ਜੀਵ ਤੂੰ ਮਾਇਆ ਤਾਂ ਬਹੁਤ ਇਕੱਤਰ ਕੀਤੀ ਹੈ, ਪਰ ਧਿਆਨ ਰੱਖੀ ਇਹ ਨਾਲ ਲਈਓ ਨਿਭਣ ਵਾਲੀ। ਜਿਹੜੇ ਆਪਾਂ ਸ਼ਬਦ ਪੜ੍ਹੇ ਸਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ, ਮਾਇਆ ਮਾਇਆ ਕਰ ਮੂਏ ਮਾਇਆ ਕਿਸੇ ਨਾ ਸਾਥ, 42ਵੀਂ ਪੌੜੀ ਸੀ। ਫਿਰ ਉਸ ਤੋਂ ਅਗਾਰੀ ਸੀ ਜੋ ਆਵੈ ਸੇ ਜਾਏ ਫੁਨ। ਇਸੇ ਤਰ੍ਹਾਂ ਸ਼ਬਦ ਆਇਆ ਸੀ ਰਾਣਾ ਰਾਉ ਨਾ ਕੂਰ ਹੈ, ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ। ਇਹ ਸ਼ਬਦ ਆਪਾਂ ਦਰਸ਼ਨ ਕੀਤਾ। ਲਸ਼ਕਰੀਆਂ ਕਰ ਸੰਭਲੇ ਆਏ ਵਜੋ ਲਖਾਏ, ਕਾਰ ਕਮਾਵੈ ਸਿਰ ਤਣੀ। ਚਾਕਰ ਦੇ ਦਰਸ਼ਨ ਕੀਤੇ। ਚਾਕਰ ਕਹਿੰਦੇ ਕਿਸ ਨੂੰ ਨੇ? ਜੋ ਅੱਜ ਦਾ ਪ੍ਰਕਰਨ ਹੈ ਇਹ ਵੀ ਪ੍ਰਕਰਨ ਇਸੇ ਨੁਕਤੇ ਤੇ ਹੀ ਹੈ। ਭਾਵ ਇਸ ਦਾ ਇਹੋ ਹੈ ਕਿ ਮਹਾਰਾਜ ਕਹਿੰਦੇ ਮੈਨੂੰ ਕੋਈ ਦਿਖਾਈ ਨਹੀਂ ਦਿੰਦਾ ਜਿਹੜਾ ਹਮੇਸ਼ਾ ਸਦੀਵੀ ਇੱਥੇ ਦਲੀਚਾ ਜਾਂ ਗਲੀਚਾ ਸ਼ਬਦ ਕਹਿ ਲਈਏ ਆਪਾਂ ਹੋਰ ਸਮਝਣ ਵਾਸਤੇ, ਆਸਣ ਸ਼ਬਦ ਕਹਿ ਲਈਏ, ਕੋਈ ਸਦੀਵੀ ਟਿਕਾਣਾ ਸ਼ਬਦ ਕਹਿ ਲਈਏ। ਮਹਾਰਾਜ ਕਹਿੰਦੇ ਮੈਨੂੰ ਕੋਈ ਐਸਾ ਦਿਖਾਈ ਨਹੀਂ ਦਿੰਦਾ ਜਿਹੜਾ ਇੱਥੇ ਸਦੀਵੀ ਸੰਸਾਰ ਤੇ ਜਿਹਨੇ ਗਲੀਚਾ ਵਿਛਾ ਕੇ ਬਹਿ ਜਾਣਾ ਹੈ ਪਲੇਥਾ ਮਾਰ ਕੇ ਵੀ ਮੈਂ ਤਾਂ ਆ ਬੈਠ ਗਿਆ, ਮੈਂ ਨਹੀਂ ਜੇ ਹਿੱਲਣਾ ਇੱਥੋਂ। ਮਹਾਰਾਜ ਕਹਿੰਦੇ ਕੋਈ ਐਸਾ ਨਹੀਂ। ਬੀਜੋ ਸੂਝੈ ਕੋ ਨਹੀਂ। ਤੇ ਇਹੋ ਪ੍ਰਕਰਨ ਅੱਜ ਦੀ ਇਸ ਪਾਵਨ ਪਵਿੱਤਰ ਪੌੜੀ ਦਾ ਹੈ। ਸਤਿਗੁਰੂ ਜੀ ਕਿਰਪਾ ਮਿਹਰ ਦੇ ਨਾਲ ਆਓ ਇਹਨਾਂ ਬਚਨਾਂ ਨੂੰ ਸ਼ਬਦਾਂ ਨੂੰ ਵਿਚਾਰਨਾ ਕਰੀਏ। ਬੀਜੋ ਸੂਝੈ ਕੋ ਨਹੀਂ ਬਹਿ ਦੁਲੀਚਾ ਪਾਏ। ਬੀਜੋ ਕਹਿੰਦੇ ਨੇ ਵੀ ਹੋਰ ਕੋਈ ਦੂਸਰਾ ਸੈਕਿੰਡ ਮੈਨੂੰ ਕੋਈ ਦਿਖਾਈ ਨਹੀਂ ਦਿੰਦਾ। ਸੂਝੈ ਨਹੀਂ ਦਿਸਦਾ, ਕੋ ਨਹੀਂ ਹੈ ਨਹੀਂ ਬਹਿ ਦੁਲੀਚਾ ਪਾਏ। ਜਿਹੜਾ ਇਸ ਥਾਂ ਤੇ ਆਸਣ ਵਿਛਾ ਕੇ ਰੱਬ ਜੀ ਦੇ ਮੁਕਾਬਲੇ ਜਾਂ ਉਹਦੇ ਮੁਕਾਬਲੇ ਬੈਠ ਜਾਏ ਵੀ ਹਾਂ ਵੀ ਇੱਕ ਤੂੰ ਹੈ ਤੇ ਦੂਸਰਾ ਮੈਂ ਬੈਠ ਗਿਆ ਹਾਂ। ਸਤਿਗੁਰੂ ਜੀਆਂ ਨੇ ਪਾਵਨ ਪਵਿੱਤਰ ਬਾਣੀ ਅੰਦਰ ਇਹ ਵੀ ਭਾਵ ਬਖਸ਼ਿਸ਼ ਕੀਤਾ ਅਨੇਕਾਂ ਥਾਵਾਂ ਤੇ ਵੀ ਕਈ ਆਏ ਰਹਿਣ ਨਾ ਪਾਵੇਂ ਸੁਰ ਨਰ ਦੇਵਾ, ਊਠ ਸੁਧਾਰੇ ਕਰ ਮੁਨਜਨ ਸੇਵਾ। ਜਿਨੀ ਚੱਲਣ ਜਾਣਿਆ ਸੇ ਕਿਉਂ ਕਰੈ ਵਿਥਾਰ। ਧੰਨ ਗੁਰੂ ਅੰਗਦ ਦੇਵ ਮਹਾਰਾਜ। ਜਿਨੀ ਚੱਲਣ ਜਾਣਿਆ ਸੇ ਕਿਉਂ ਕਰੈ ਵਿਥਾਰ, ਚੱਲਣ ਸਾਰ ਨਾ ਜਾਣੀ ਕਾਜ ਸਵਾਰਨ ਹਾਰ। ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ
ਬਖਸ਼ਿਸ਼ ਇਸੇ ਪਾਵਨ ਪਵਿੱਤਰ ਬਚਨ ਵਿੱਚ ਕੀਤਾ, ਬੀਜੋ ਸੂਝੈ ਕੋ ਨਹੀਂ, ਬਹਿ ਦੁਲੀਚਾ ਪਾਏ। ਕੋਈ ਐਸਾ ਨਹੀਂ, ਜਿਵੇਂ ਆਪਾਂ ਅਕਸਰ ਕਈ ਵਾਰੀ ਉਦਾਹਰਨ ਦਿੰਦੇ ਹਾਂ ਬਈ ਜਿਹੜਾ ਦਿਨ ਚੜ੍ਹੇ ਉਸ ਦਿਨ ਦੀਆਂ ਤਰਕਾਲਾਂ ਸ਼ਾਮਾਂ ਪੈਣੀਆਂ ਹੀ ਪੈਣੀਆਂ ਨੇ, ਕੋਈ ਰੋਕ ਨਹੀਂ ਸਕਦਾ। ਨੇਮ ਹੈ, ਨਿਯਮ ਹੈ, ਭੈ ਵਿੱਚ ਉਹ ਸਾਰਾ ਕੁਛ ਉਹਦੇ ਨਿਯਮ ਵਿੱਚ ਚੱਲ ਰਿਹਾ ਹੈ। ਜੇ ਜੀਵਨ ਦੇ ਅੰਦਰ ਕੋਈ ਸੁੱਖ ਦਾ ਪਾਸਾ ਆਇਆ, ਉਹ ਸਦੀਵੀ ਸੁੱਖ ਦਾ ਪਾਸਾ ਨਹੀਂ ਹੈ, ਉਹ ਥੋੜ ਚਿਰਾ ਹੈ, ਅਗਲਾ ਬੰਨਾ ਉਹਦਾ ਦੁੱਖ ਦਾ। ਜੇ ਅੱਜ ਦੁੱਖ ਦਾ ਸਮਾਂ ਹੈ, ਸਦੀਵੀ ਦੁੱਖ ਨਹੀਂ ਹੈ, ਉਹਦਾ ਦੂਸਰਾ ਪਾਸਾ ਸੁੱਖ ਦਾ ਹੈ, ਪਰ ਚੱਲ ਰਿਹਾ ਹੈ ਨਾ ਉਹ ਸਾਰਾ ਕੁਛ। ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ, ਉਹਨਾਂ ਨੇ 3-4 ਪੌੜੀਆਂ ਉਹਨਾਂ ਨੇ ਚੱਲਣ ਜੁਗਤ ਲਿਖੀ ਵੀ ਸੰਸਾਰ ਤੋਂ ਤੁਰਨ ਦੀ ਵਾਟ ਵਟਾਊ ਰਾਤ ਸਰਾਈ ਵਸਿਆ। ਵੀ ਜਿਵੇਂ ਕੋਈ ਮੁਸਾਫਰ ਆਇਆ, ਰਾਤ ਸਰਾਂ ਦੇ ਵਿੱਚ ਠਹਿਰਿਆ, ਤੇ ਜੇ ਹੁਣ ਪੱਕਾ ਕਵੇ ਵੀ ਮੈਨੂੰ ਤੇ ਸਰਾਂ ਦਾ ਜਿਹੜਾ ਕਮਰਾ ਹੈ, ਮੈਨੂੰ ਹੋਟਲ ਦਾ ਕਮਰਾ ਮੇਰੇ ਨਾਲ ਲਾ ਦਿਓ, ਤੇ ਹੋਟਲ ਦੇ ਮਾਲਕ ਕਹਿਣਗੇ ਨਹੀਂ ਭਾਈ, ਤੂੰ ਜਿੰਨਾ ਚਿਰ ਠਹਿਰਨਾ ਸੀ, ਚੰਦ ਇੱਕ ਰਾਤ ਵਾਸਤੇ, 1-2 ਰਾਤਾਂ ਵਾਸਤੇ ਤੂੰ ਠਹਿਰ, ਤੂੰ ਸਦੀਵੀ ਇੱਥੇ ਠਹਿਰ ਨਹੀਂ ਸਕਦਾ। ਵਾਟ ਵਟਾਊ ਰਾਤ ਸਰਾਈ ਵਸਿਆ। ਤੇ ਜੇ ਕੋਈ ਆਣ ਕੇ ਕਵੇ ਵੀ ਮੈਂ ਤੇ ਫਿਕਸ ਪੱਕੇ ਤੌਰ ਤੇ ਇਹ ਧਰਤੀ ਮੈਂ ਮੱਲ ਕੇ ਬਹਿ ਗਿਆ, ਇਹ ਤਾਂ ਹੈ ਹੀ ਮੇਰੀ, ਮਹਾਰਾਜ ਕਹਿੰਦੇ ਤੈਨੂੰ ਭੁਲੇਖਾ ਹੈ। ਬਾਬਾ ਫਰੀਦ ਸਾਹਿਬ ਬਖਸ਼ਿਸ਼ ਕਰਦੇ ਨਹੀਂ, ਉਹ ਭਲਿਆ ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ। ਜਿਹੜੀ ਥਾਂ ਤੇ ਤੂੰ ਅੱਜ ਆਣ ਕੇ ਬੈਠਾ ਹੈ, ਤੇਰੇ ਤੋਂ ਪਹਿਲਾਂ ਵੀ ਕਈ ਆਏ, ਤੇਰੇ ਤੋਂ ਬਾਅਦ ਵੀ ਕਈ ਆਉਣਗੇ। ਆ ਜਿੰਨੇ ਕੁ ਸਮਾਂ ਹੈ ਤੇਰਾ ਭੋਗਣ ਦਾ, ਇਹਨੂੰ ਭੋਗ, ਤੇ ਭੋਗ ਕੇ ਤੂੰ ਆਪਣੇ ਘਰ ਵੱਲ ਨੂੰ ਤੁਰਦਾ ਰਹੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਕਿਰਪਾਲਤਾ ਕੀਤੀ ਅੱਜ ਦੇ ਇਸ ਪ੍ਰਕਰਨ ਅੰਦਰ, ਤੇ ਮੈਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ ਪੌੜੀ ਆਪਾਂ ਵਿਚਾਰਨ ਲੱਗੇ ਹਾਂ। ਉਹਨਾਂ ਪੌੜੀਆਂ ਅੰਦਰ ਇੱਕ ਪਾਵਨ ਬਚਨ ਆਉਂਦਾ ਹੈ, ਦੀਵਾਲੀ ਦੀ ਰਾਤ ਦੀਵੇ ਬਾਲੀਆਂ। ਇਹ ਵੈਸੇ ਕਈ ਵਾਰ ਆਪਾਂ ਜਦੋਂ ਦੀਵਾਲੀ ਵਾਲੀ ਰਾਤ ਹੋਵੇ ਜਾਂ ਉਹ ਸਮਾਂ ਹੋਵੇ, ਭਾਈ ਸਾਹਿਬ ਅਕਸਰ ਸ਼ਬਦ ਪੜ੍ਹਦੇ ਹਨ ਬਈ, ਕਿਉਂਕਿ ਉਹ ਪੰਕਤੀ ਹੈ ਨਾ, ਦੀਵਾਲੀ ਦੀ ਰਾਤ ਦੀਵੇ ਬਾਲੀਆਂ। ਪਰ ਇਸ ਜੋ ਪੰਕਤੀ ਦਾ ਭਾਵ ਹੈ ਨਾ, ਸਾਰੀ ਪੌੜੀ ਦਾ ਸਾਧ ਸੰਗਤ ਜੀ, ਉਹ ਹੈ ਮੌਤ ਦੇ ਨਾਲ ਸੰਬੰਧਿਤ, ਉਹ ਹੈ ਮੌਤ ਦੇ ਨਾਲ ਸੰਬੰਧਿਤ। ਕਈ ਵਾਰ ਆਪਾਂ ਚਲੋ ਇਹਨਾਂ ਥਾਵਾਂ ਤੇ ਅੱਜ ਵੀ ਗੁਰਮੁਖ ਪਿਆਰੇ ਜਦੋਂ ਸਾਧ ਸੰਗਤ ਜੀਓ, ਜਦੋਂ ਦੀਵਾਲੀ ਵਾਲਾ ਕੋਈ ਸਮਾਂ ਦਿਨ ਆਉਂਦਾ ਹੈ, ਰਾਤ ਦੀਵਿਆਂ ਦੇ ਅੰਦਰ ਤੇਲ ਪਾ ਕੇ ਦੀਵੇ ਬਾਲੇ, ਤੇ ਜਦੋਂ ਸਵੇਰ ਹੋਈ ਉਹਨਾਂ ਦੀਵਿਆਂ ਦੇ ਅੰਦਰ ਜਿਹੜਾ ਤੇਲ ਸੀ ਉਹ ਸੁੱਕ ਗਿਆ, ਤੇ ਬੱਤੀ ਸੀ ਜਿਹੜੀ ਬੁੱਝ ਗਈ। ਇੱਦਾਂ ਹੀ ਹੈ ਨਾ। ਤੇ ਮਹਾਰਾਜ ਜੀ ਕਹਿੰਦੇ ਬਾਤੀ ਸੁੱਕੀ ਤੇਲ ਨਖੂਟਾ। ਜਦੋਂ ਫਿਰ ਤੇਲ ਮੁੱਕ ਗਿਆ ਤੇ ਜਿਹੜੀ ਬੱਤੀ ਸੀ, ਉਹ ਦੀਵਾ ਸੀ ਜੋ ਕੁਦਰਤੀ ਸੀ, ਬੁੱਝ ਗਿਆ। ਇਹੋ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸਰੀਰ ਦਾ ਇਹੋ ਪ੍ਰਕਰਨ ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿੰਨਾ ਚਿਰ ਤੇਰੇ ਸਵਾਸ ਨੇ ਓਨਾ ਚਿਰ ਹੀ ਹੈ ਇਹ ਸੰਸਾਰ ਦਾ, ਸਦੀਵੀ ਨਹੀਂ। ਦੀਵਾਲੀ ਦੀ ਰਾਤ ਦੀਵੇ ਬਾਲੀਆਂ। ਰਾਤ ਨੂੰ ਬਨੇਰਿਆਂ ਦੇ ਉੱਪਰ ਦੀਵੇ ਬਾਲੇ, ਬੜੇ ਚਾਈ ਬੜੇ ਕਤਾਰ ਦੇ ਅੰਦਰ ਬਾਲੇ। ਸਵੇਰ ਉੱਠਦਿਆਂ ਸਾਰ ਵੇਖਿਆ ਵੀ ਉਹ ਦੀਵੇ ਤਾਂ ਬੁੱਝੇ ਹੋਏ ਹਨ, ਤੇਲ ਉਹਨਾਂ ਦਾ ਖਤਮ ਹੋ ਗਿਆ ਹੈ। ਤਾਰੇ ਜਾਤ ਸਨਾਤ ਅੰਬਰ ਭਾਲੀਆਂ। ਰਾਤ ਨੂੰ ਆਪਾਂ ਵੇਖੇ ਤਾਰੇ ਉੱਪਰ, ਸਵੇਰ ਹੁੰਦਿਆਂ ਸਾਰ ਬਾਹਰ ਨਿਕਲ ਕੇ ਵੇਖਿਆ ਵੀ ਉੱਥੇ ਤੇ ਕੋਈ ਤਾਰੇ ਹੈ ਕੋਈ ਨਹੀਂ। ਰਾਤ ਬੜੇ ਸੋਹਣੇ ਸਨ, ਟਿਮਟਮਾਉਂਦੇ ਤਾਰੇ ਸਨ, ਰਾਤ ਆਕਾਸ਼ ਭਰਿਆ ਹੋਇਆ। ਵੇਖ ਰਹੇ ਸਾਂ ਤਰੰਗੜ ਕਿਹੜੇ ਪਾਸੇ ਨੇ, ਵੇਖ ਰਹੇ ਸਾਂ ਖਿੱਤੀਆਂ ਕਿਸੇ ਪਾਸੇ ਨੇ। ਬੜੀਆਂ ਮਨ ਨੂੰ ਮੋਹ ਲੈਣ ਵਾਲੇ ਆਪਾਂ ਉੱਪਰ ਵੇਖਦੇ ਸਾਂ ਪਰਮਾਤਮਾ, ਉਹਦੀ ਕਾਦਰ ਦੀ ਕੁਦਰਤ, ਉਹਦੀ ਸਾਜੀ ਸ੍ਰਿਸ਼ਟੀ ਨੂੰ। ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਤਾਰੇ ਜਾਤ ਸਨਾਤ ਅੰਬਰ ਭਾਲੀਆਂ। ਵੇਖਿਆ ਵੀ ਸਵੇਰੇ ਕੋਈ ਤਾਰੇ ਹੈ ਹੀ ਨਹੀਂ। ਤੀਸਰੀ ਉਦਾਹਰਣ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਦਿੱਤੀ, ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਆਂ।
ਕਿੰਨਾ ਸੋਹਣਾ ਫੁੱਲ, ਜਦੋਂ ਜਿਸ ਵਕਤ ਵੇਖਿਆ ਬਗੀਚੀ ਅੰਦਰ ਫੁੱਲ ਬੜਾ ਸੋਹਣਾ, ਮਨ ਨੂੰ ਮੋਹ ਲੈਣ ਵਾਲਾ, ਬੜਾ ਖੇੜਾ ਫੁੱਲ ਦੇ ਅੰਦਰ। ਕਿਉਂਕਿ ਕੁਦਰਤੀ ਜੋ ਪ੍ਰਮਾਤਮਾ ਦੀ ਕਾਦਰ ਦੀ ਕੁਦਰਤ ਨੂੰ ਜਿਹੜੇ ਕੋਮਲ ਹਿਰਦੇ ਨੇ ਨਾ, ਉਹ ਮਾਣਦੇ ਨੇ। ਤੇ ਕਿਸੇ ਇੱਕ ਵਿਦਵਾਨ ਨੇ ਕਿਹਾ ਸੀ, ਕਹਿੰਦੇ ਵੀ ਜਿਹਨੂੰ ਖਿੜੇ ਹੋਏ ਫੁੱਲਾਂ ਦੇ ਵਿੱਚੋਂ ਵੀ ਜੇ ਆਨੰਦ ਨਹੀਂ ਨਾ ਉਹਨੂੰ ਮਹਿਸੂਸ ਹੋਇਆ, ਖੇੜੇ ਵਿੱਚੋਂ ਵੀ, ਤੇ ਕੁਦਰਤੀ ਹੈ, ਫਿਰ ਉਹ ਕਠੋਰ ਹਿਰਦਾ ਹੈ। ਭਾਈ ਗੁਰਦਾਸ ਸਾਹਿਬ ਕਹਿਣ ਲੱਗੇ, ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਆਂ, ਜਿਵੇਂ ਫੁੱਲਾਂ ਦੀ ਬਗੀਚੀ ਬੜੀ ਮਨ ਨੂੰ ਮੋਹ ਲੈਣ ਵਾਲੀ। ਤੇ ਕਹਿੰਦੇ ਕੀ ਉਹਨਾਂ ਫੁੱਲਾਂ ਦੇ ਉੱਪਰ ਜਿਹੜਾ ਖੇੜਾ ਸੀ, ਕੀ ਉਹ ਖੇੜਾ ਸਦੀਵੀ ਰਿਹਾ? ਨਹੀਂ, ਉਹ ਮੁਰਝਾ ਗਏ। ਭਾਈ ਗੁਰਦਾਸ ਸਾਹਿਬ ਜੀਆਂ ਨੇ ਸਾਰੀ ਉੱਥੇ ਗੱਲ ਕਰਕੇ ਅਖੀਰ ਦੇ ਅੰਦਰ ਜਦੋਂ ਆਏ, ਕਹਿੰਦੇ ਜੇ ਸਦੀਵੀ ਖੇੜਾ ਹੈ, ਉਹ ਹੈ ਗੁਰੂ ਦਾ ਸ਼ਬਦ। ਤੇ ਅਖੀਰ ਦੇ ਅੰਦਰ ਆਣ ਕੇ ਲੱਗੇ ਕਹਿਣ, ਕਹਿੰਦੇ ਇਹ ਜਿੰਨਾ ਕੁਛ ਵੀ ਹੈ, ਇਹ ਸਾਰਾ ਕੁਛ ਪਲ ਨਿਮਖ ਝਮਕਦਾ, ਉਹ ਸਾਰਾ ਕੁਝ ਮੇਲਾ ਹੈ ਜੋ ਸਦੀਵੀ ਨਹੀਂ ਹੈ। ਜਾਪਦਾ ਹੈ ਸਦੀਵੀ ਹੈ, ਉਹ ਥੋੜ ਚਿਰਾ ਹੈ। ਅਤ ਸਤਿਕਾਰਯੋਗ ਪੰਥ ਰਤਨ ਸੰਤ ਸਿੰਘ ਗਿਆਨੀ ਸੰਤ ਸਿੰਘ ਜੀ ਮਸਕੀਨ, ਬਾ ਕਮਾਲ ਉਹਨਾਂ ਇਸ ਨੁਕਤੇ ਤੇ ਇੱਕ ਦਿਨ ਵਿਚਾਰ ਦਿੱਤੀ। ਕਹਿੰਦੇ ਇਹੋ ਕੋਈ ਪ੍ਰਕਰਨ ਚੱਲ ਰਿਹਾ ਸੀ ਸਤਿਗੁਰੂ ਜੀ ਕੀ ਹਜ਼ੂਰੀ ਅੰਦਰ, ਕਿਸੇ ਇੱਕ ਦੇਸ਼ ਦੇ ਅੰਦਰ ਪ੍ਰਕਰਨ ਸੀ ਵੀ ਨਾਨਕ ਦੁਖੀਆ ਸਭ ਸੰਸਾਰ, ਰੋਵੈ ਰਾਮ ਨਿਕਾਲਾ ਪਿਆ, ਸੀਤਾ ਲਖਮਣ ਵਿਛੜ ਗਿਆ, ਰੋਵੈ ਦਸ਼ਰ ਲੰਕ ਗਵਾਏ, ਜਿਨ ਸੀਤਾ ਆਂਦੀ ਡੋਰੂ ਵਾਏ, ਰੋਵੈ ਪਾਂਡਵ ਰਹੇ ਮਜੂਰ, ਜਿਨ ਕੇ ਸਵਾਮੀ ਰਹਿਤ ਹਜੂਰ, ਰੋਵੈ ਦਹੰਸਰ ਲੰਕ ਗਵਾਏ। ਇੱਦਾਂ ਪਾਵਨ ਸ਼ਬਦ ਦਾ ਜਿਹੜਾ ਪ੍ਰਕਰਨ ਸੀ ਚੱਲ ਰਿਹਾ ਸੀ, ਉਹਨਾਂ ਸ਼ਬਦਾਂ ਦਾ। ਸੰਗਤ ਦੇ ਵਿੱਚੋਂ ਕੋਈ ਇੱਕ ਅਨਮਤ ਦੇ ਵਿੱਚੋਂ ਗੁਰਮੁਖ ਪਿਆਰਾ ਸੀ ਜਿਹੜਾ ਕੋਈ, ਉਹ ਖੜਾ ਹੋ ਕੇ ਗਿਆਨੀ ਜੀਆਂ ਨੂੰ ਲੱਗਾ ਕਹਿਣ, ਗਿਆਨੀ ਜੀ ਇੱਕ ਮੇਰੀ ਬੇਨਤੀ ਹੈ। ਕਹਿੰਦੇ ਦੱਸੋ। ਕਹਿੰਦੇ ਵੀ ਮੈਂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਹਿਸਟਰੀ ਪੜ੍ਹੀ ਹੈ, ਬਈ ਉਹ ਆਪਣੇ ਜੀਵਨ ਕਾਲ ਦੇ ਅੰਦਰ ਉਹਨਾਂ ਬਹੁਤਾਤ ਵਿੱਚ ਇੱਕ ਲੰਮਾ ਸਮਾਂ ਯਾਤਰਾਵਾਂ 'ਤੇ ਰਹੇ ਨੇ ਘਰੋਂ। ਕੋਈ ਹਜ਼ਾਰਾਂ ਮੀਲ ਦਾ ਉਹਨਾਂ ਦਾ ਪੈਰੀ ਸਫ਼ਰ, ਉਹਨਾਂ 4 ਉਦਾਸੀਆਂ ਦੂਰ ਦਰਾਡੇ ਤੱਕ ਕੀਤੀਆਂ। ਭਾਈ ਸਾਹਿਬ ਜੀ ਕਹਿੰਦੇ ਹਾਂ ਕੀਤੀਆਂ। ਕਹਿੰਦੇ ਤਾਂ ਇਹ ਜੋ ਗੁਰੂ ਨਾਨਕ ਦੇਵ ਮਹਾਰਾਜ ਕਹਿ ਰਹੇ ਨੇ ਬਈ ਸੰਸਾਰ ਦੁਖੀ ਹੈ, ਕਹਿੰਦੇ ਵੀ ਹੋ ਸਕਦਾ ਤਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਪ ਉਹ ਘਰੇਲੂ ਭਾਵ ਜਾਂ ਆਪ ਉਹ ਦੁਖੀ ਹੋਣ ਜਿਹਦੇ ਕਰਕੇ ਉਹਨਾਂ ਨੂੰ ਸੰਸਾਰ ਦੁਖੀ ਦਿਸਦਾ ਹੋਵੇ। ਉਹ ਆਪ ਦੁਖੀ ਨੇ ਬਈ ਜਿਹਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਸੰਸਾਰ ਦੁਖੀ ਦਿਸਿਆ ਹੋਵੇ। ਆਹ ਵੇਖੋ, ਕਹਿੰਦਾ ਮੈਂ ਗੁਲਦਸਤਾ ਅੱਜ ਲੈ ਕੇ ਆਇਆ ਬਾਹਰੋਂ ਸਤਿਗੁਰੂ ਜੀ ਕੇ ਚਰਨਾ ਕਮਲਾਂ ਵਾਸਤੇ। ਆਹ ਵੇਖੋ, ਕਹਿੰਦੇ ਗੁਲਦਸਤਾ ਹੈ ਮੇਰੇ ਹੱਥ ਵਿੱਚ। ਗਿਆਨੀ ਸੰਤ ਸਿੰਘ ਲੱਗੇ ਕਹਿਣ, ਕਹਿੰਦੇ ਹਾਂ ਗੁਲਦਸਤਾ ਬਹੁਤ ਸੁੰਦਰ ਤੁਸੀਂ ਲੈ ਕੇ ਆਏ ਹੋ। ਕਹਿੰਦੇ ਕੀ ਆ ਤੁਹਾਨੂੰ ਗੁਲਦਸਤਾ ਕੋਈ ਵਿੱਚੋਂ ਦੁੱਖ ਦਿਸ ਰਿਹਾ ਹੈ? ਇਹਦੇ ਵਿੱਚੋਂ ਕੀ ਇਹਨਾਂ ਫੁੱਲਾਂ ਵਿੱਚੋਂ ਤੁਹਾਨੂੰ ਖੇੜਾ ਆਨੰਦ ਨਹੀਂ ਮਹਿਸੂਸ ਹੋ ਰਿਹਾ ਵੀ ਕਿੰਨੇ ਸੋਹਣੇ ਰੰਗ ਬਰੰਗੇ ਫੁੱਲ ਖਿੜੇ ਨੇ, ਗੁਲਦਸਤਾ ਕਿੱਡਾ ਪਿਆਰਾ ਗੁਲਦਸਤਾ ਹੈ, ਕੀ ਤੁਹਾਨੂੰ ਇਹਦੇ ਵਿੱਚੋਂ ਵੀ ਕੋਈ ਦੁੱਖ ਦਿਸ ਰਿਹਾ ਹੈ? ਇਹਦੇ ਵਿੱਚੋਂ ਗਿਆਨੀ ਜੀ ਕਹਿੰਦੇ ਤੇਰੀ ਗੱਲ ਬਾਕਮਾਲ ਹੈ, ਕੋਈ ਇਹਦੇ ਵਿੱਚ ਦੁੱਖ ਨਹੀਂ, ਬੜਾ ਸੋਹਣਾ ਖੇੜਾ, ਬੜਾ ਸੁੰਦਰ ਫੁੱਲ ਹੈ, ਬੜਾ ਸੋਹਣਾ ਗੁਲਦਸਤਾ ਹੈ। ਗਿਆਨੀ ਜੀ ਕਹਿੰਦੇ ਠੀਕ ਹੈ, ਤੁਹਾਡੀ ਵਿਚਾਰ ਨਾਲ ਮੈਂ ਸਹਿਮਤ ਹਾਂ, ਪਰ ਕਹਿੰਦੇ ਕੀ ਪਰ? ਕਹਿੰਦੇ ਬਾਕੀ ਦੀ ਵਿਚਾਰ ਆਪਾਂ ਸ਼ਾਮ ਨੂੰ ਕਰਾਂਗੇ। ਇੰਨੀ ਤੁਸੀਂ ਵਿਚਾਰ ਕੀਤੀ ਹੈ ਨਾ, ਗੁਲਦਸਤਾ ਹੈ, ਖਿੜਿਆ ਹੈ, ਇਹਨੂੰ ਹੁਣ ਇੱਥੇ ਹੀ ਸਤਿਗੁਰੂ ਜੀ ਕੀ ਹਜ਼ੂਰੀ ਵਿੱਚ ਰੱਖ ਜਾਇਓ। ਸ਼ਾਮ ਦੇ ਸੁੰਦਰ ਦੀਵਾਨਾਂ ਅੰਦਰ ਫਿਰ ਤੁਸੀਂ ਆਇਓ, ਫਿਰ ਆਪਾਂ ਰਹਿੰਦੀ ਵਿਚਾਰ ਸੰਗਤ ਵਿੱਚ ਹੀ ਕਰਾਂਗੇ। ਉਹ ਜਿਹੜਾ ਸੱਜਣ ਸੀ, ਜਿਹੜਾ ਇੰਨੇ ਦਾਅਵਿਆਂ ਨਾਲ ਪਿਆ ਗੱਲ ਕਰਦਾ ਸੀ, ਇੱਕੋ ਦਮ ਉਹਦੇ ਨੇਤਰ ਸੇਜਲ ਹੋਏ।
ਕਹਿੰਦੇ ਗਿਆਨੀ ਜੀ, ਕਹਿੰਦੇ ਹਾਂ, ਤੁਸੀਂ ਸ਼ਾਮ ਤੱਕ ਜੇ ਇਸ ਗੁਲਦਸਤੇ ਦੀ ਉਦਾਹਰਣ ਦਿੱਤੀ, ਸ਼ਾਮ ਤੱਕ ਤਾਂ ਫੁੱਲ ਮੁਰਝਾ ਜਾਣਗੇ। ਸ਼ਾਮ ਤੱਕ ਤਾਂ ਫੁੱਲ ਮੁਰਝਾ ਜਾਣਗੇ ਜਿਨ੍ਹਾਂ ਵਿੱਚ ਖੇੜਾ ਹੈ। ਗਿਆਨੀ ਜੀ ਕਹਿੰਦੇ ਇਹੋ ਗੱਲ ਤਾਂ ਮੈਂ ਸਮਝਾ ਰਿਹਾ, ਖੇੜਾ ਸਦੀਵੀ ਨਹੀਂ। ਇਹੋ ਬਾਤ ਤਾਂ ਬਚਨ, ਇਹੋ ਪ੍ਰਕਰਨ ਤਾਂ ਹੈ ਵੀ ਜਿਹੜਾ ਵਿੱਚ ਖੇੜਾ ਹੈ ਫੁੱਲਾਂ ਵਿੱਚ, ਸਦੀਵੀ ਖੇੜਾ ਨਹੀਂ। ਜਾਪਦਾ ਹੈ ਵੀ ਖੇੜਾ ਸਦੀਵੀ ਹੋਵੇਗਾ, ਤੈਨੂੰ ਜਾਪ ਰਿਹਾ ਵੀ ਤੂੰ ਸਦੀਵੀ ਹੋਵੇਗਾ, ਤੈਨੂੰ ਜਾਪ ਰਿਹਾ ਵੀ ਮੇਰੇ ਮਹਿਲ ਮਕਾਨ ਮਾੜੀਆਂ ਮੈਂ ਸਦੀਵੀ ਹੋਵਾਂਗਾ। ਕਹਿੰਦੇ ਇਹੋ ਗੱਲ ਤਾਂ ਮੈਂ ਦੱਸ ਰਿਹਾ ਹਾਂ ਬਈ ਸਦੀਵੀ ਨਹੀਂ। ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਤਾਂ ਇਹੋ ਬਾਤ ਕਹਿ ਰਹੇ ਨੇ ਵੀ ਸਦੀਵੀ ਨਹੀਂ। ਤੇ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਕਹਿੰਦੇ ਫੁੱਲਾਂ ਦੀ ਬਾਗਾਤ, ਉੱਥੇ ਇੰਗਲਿਸ਼ ਅੰਦਰ ਅਰਥ ਇਹਦੇ ਮੋਮੈਂਟਰੀ, ਥੋੜ੍ਹੇ ਸਮੇਂ ਦੇ ਅੰਦਰ ਜਿਹੜਾ ਛੋਟਾ ਸੁੱਖ ਹੋਵੇ, ਮੋਮੈਂਟ ਦਾ, ਥੋੜ੍ਹੇ ਸਮੇਂ ਦਾ ਜਿਹੜਾ ਸੁੱਖ ਹੋਵੇ। ਭਾਈ ਗੁਰਦਾਸ ਸਾਹਿਬ ਕਹਿੰਦੇ ਵੀ ਆਹ ਤਾਂ ਇੰਨੇ ਕੁ ਸਮੇਂ ਦਾ ਹੈ। ਤਾਰੇ ਕੋਈ ਸਦੀਵੀ ਨਹੀਂ, ਦਿਨ ਚੜਿਆ ਫਿਰ ਅਲੋਪ ਹੋ ਗਏ। ਦੀਵੇ ਜਗੇ ਰਾਤ ਨੂੰ ਚੰਦ ਘੰਟਿਆਂ ਵਾਸਤੇ ਬੜੇ ਸੋਹਣੇ ਲੱਗੇ, ਫਿਰ ਉਹ ਅਲੋਪ ਹੋ ਗਏ। ਫੁੱਲਾਂ ਦਾ ਖੇੜਾ ਸੀ, ਬੜਾ ਸੋਹਣਾ ਬਗੀਚਾ ਸੀ, ਫਿਰ ਅਲੋਪ ਹੋ ਗਏ। ਭਾਈ ਗੁਰਦਾਸ ਸਾਹਿਬ ਕਹਿੰਦੇ ਹਰ ਚੰਦੌਰੀ, ਉਹ ਵੀ ਕੋਈ ਸਦੀਵੀ ਨਹੀਂ, ਉਹ ਵੀ ਥੋੜ੍ਹੇ ਸਮੇਂ ਦਾ। ਅਖੀਰ ਵਿੱਚ ਆਏ, ਕਹਿੰਦੇ ਇਹ ਵੀ ਇਸੇ ਤਰ੍ਹਾਂ ਹੈ, ਸੰਸਾਰ ਇਸੇ ਤਰ੍ਹਾਂ। ਪਰ ਜਿਹੜੇ ਗੁਰਮੁਖ ਪਿਆਰਿਆਂ ਨੇ ਆਪਣਾ ਚਿੱਤ ਮਾਲਕ ਵਿੱਚ ਜੋੜ ਲਿਆ, ਸਦੀਵੀ ਉਹ ਹਨ। ਗੱਜ ਕੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਬੀਜੋ ਸੂਝੈ ਕੋ ਨਹੀਂ, ਬਹਿ ਦੁਲੀਚਾ ਪਾਏ। ਮਹਾਰਾਜ ਕਹਿੰਦੇ ਮੈਨੂੰ ਕੋਈ ਨਹੀਂ ਉਹ ਦਿਸ ਰਿਹਾ, ਕੋਈ ਐਸਾ ਦਿਖਾਈ ਨਹੀਂ ਦੇ ਰਿਹਾ ਜਿਹਨੇ ਬਈ ਇੱਥੇ ਸਦੀਵੀ ਆਸਨ ਲਾ ਲਿਆ ਹੋਵੇ ਵੀ ਮੈਂ ਆ ਬੈਠ ਗਿਆ, ਮੈਂ ਨਹੀਂ ਤੁਰਾਂਗਾ ਸੰਸਾਰ ਤੋਂ। ਰਹਿਣ ਨਾ ਪਾਵੈ ਸੁਰ ਨਰ ਦੇਵਾ, ਊਠ ਸੁਧਾਰੇ ਕਰ ਮੁਨਜਨ ਸੇਵਾ। ਏਕ ਸ਼ਿਵ ਭਏ ਏਕ ਭਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਤਨੇ ਹੋਏ ਭਾਵੋ ਆਪੋ ਆਪਣੇ ਸਮੇਂ ਨਾਲ ਸਾਰੇ ਚਲੇ ਗਏ। ਦਾਰਾ ਸੇ ਦਲੀਸਰ ਦੁਰਯੋਧਨ ਸੇ ਮਾਨ ਧਾਰੀ, ਭੋਗ 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 ਭੂਮ ਅੰਤ ਭੂਮ ਮੈਂ ਮਿਲਤ ਹੈ। ਉਹ ਵੀ ਆਏ ਤੇ ਉਹ ਵੀ ਆਪੋ ਆਪਣੀ ਵਾਰੀ ਨਾਲ ਸਾਰੇ ਇੱਥੋਂ ਚਲੇ ਗਏ। ਬੀਜੋ ਸੂਝੈ ਕੋ ਨਹੀਂ, ਬਹਿ ਦੁਲੀਚਾ ਪਾਏ। ਨਰਕ ਨਿਵਾਰਨ ਨਰਹਿ ਨਰ, ਸਾਚੋ ਸਾਚੈ ਨਾਇ। ਨਰਕ ਨਿਵਾਰਨ, ਇਹ ਮੈਨੂੰ ਇਸ ਭਉ ਦੇ ਵਿੱਚੋਂ, ਇਸ ਡਰ ਦੇ ਵਿੱਚੋਂ ਜਿਹੜਾ ਕੱਢ ਦਵੇ। ਨਰਹਿ ਨਰ ਮਨੁੱਖ, ਭਾਵ ਉਹ ਪਰਿਪੂਰਨ ਪਰਮਾਤਮਾ ਜਿਹਦਾ ਸਦੀਵੀ ਨਾਮਨਾ ਸਾਚੋ ਸਾਚੈ ਨਾਇ। ਵਣ ਤ੍ਰਿਨ ਢੂੰਡਤ ਫਿਰ ਰਹੀ, ਮਨ ਮੈਂ ਕਰੋ ਵਿਚਾਰ। ਵਣ ਜੰਗਲਾਂ ਦੇ ਅੰਦਰ, ਤ੍ਰਿਣ ਘਾਹ, ਢੂੰਡਤ ਲੱਭਦੀ ਰਹੀ ਵੀ ਉਹ ਕਿਤੇ ਹੋਵੇਗਾ, ਫਲਾਣੀ ਥਾਂ ਤੇ ਹੋਵੇਗਾ, ਕਿਸੇ ਇੱਕ ਖਾਸ ਥਾਂ ਤੇ ਹੋਵੇਗਾ। ਮਹਾਰਾਜ ਸੱਚੇ ਪਾਤਸ਼ਾਹ ਫਿਰ ਆਪੇ ਕਹਿੰਦੇ ਮਨ ਮੈਂ ਕਰੋ ਵਿਚਾਰ। ਮੈਂ ਇਸ ਬਾਤ ਨੂੰ ਵਿਚਾਰਿਆ ਵੀ ਉਹਦਾ ਵਾਸਾ ਹੈ ਕਿੱਥੇ, ਕਿਹੜੀ ਥਾਂ ਤੇ ਮਿਲੇਗਾ। ਕਾਏ ਰੇ ਬਨ ਖੋਜਨ ਜਾਹੀ, ਸਰਬ ਨਿਵਾਸੀ ਸਦਾ ਲੇਪਾ। ਕਿੱਥੇ ਹੈ, ਤੂੰ ਹੀ ਸੰਗ ਸੁਮਾਈ, ਉਹ ਤੇਰੇ ਨਾਲ ਹੀ ਤਾਂ ਹੈ। ਪਹੁਪ ਮਦ ਜਿਉ ਬਾਸ ਬਸਤੈ, ਮੁਕਰ ਮਾਏ ਜੈਸੇ ਛਾਈ। ਤੈਸੇ ਹੀ ਹਰ ਬਸੈ ਨਿਰੰਤਰ, ਘਾਟੀ ਖੋਜੋ ਭਾਈ ਨੂੰ ਲੱਭ। ਜੋ ਬ੍ਰਹਮੰਡੇ ਸੋਈ ਪਿੰਡੈ, ਜੋ ਖੋਜੈ ਸੋ ਪਾਵੈ। ਉਹ ਤੇਰੇ ਤੋਂ ਬਾਹਰ ਨਹੀਂ, ਜੋ ਬ੍ਰਹਮੰਡ ਹੈ ਉਹੀ ਤੇਰਾ ਪਿੰਡ ਹੈ। ਵਣ ਤ੍ਰਿਨ ਢੂੰਡਤ ਫਿਰ ਰਹੀ, ਲੱਭ ਰਹੀ ਹਾਂ ਵੇਖ ਰਹੀ ਹਾਂ, ਮਨ ਮੈਂ ਕਰੋ ਵਿਚਾਰ। ਆਪਣੇ ਹਿਰਦੇ ਦੇ ਅੰਦਰ ਇਹ ਵਿਚਾਰ ਕੀਤੀ ਕਿ ਲਾਲ ਰਤਨ ਬਹੁ ਮਾਨ ਕੀ, ਸਤਿਗੁਰ ਹਾਥ ਭੰਡਾਰ। ਪਰ ਇਹ ਜਿਹੜਾ ਰਸਤਾ ਹੈ ਮੈਨੂੰ ਲੈ ਕੇ ਕੌਣ ਜਾਏ, ਮੈਂ ਕਿਸ ਤਰੀਕੇ ਦੇ ਨਾਲ ਇਸ ਥਾਂ ਤੋਂ ਕਿਵੇਂ ਮੈਂ ਤਰ ਸਕਾਂ।
ਚੇਨਾ ਬਿਖਮ ਪੈਂਡਾ ਹੈ, ਤੈਨੂੰ ਕਿਵੇਂ ਤਰਿਆ ਜਾ ਸਕਦਾ ਹੈ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਇੱਕ ਤਰੀਕਾ ਹੈ। ਆਹ ਵੇਖ ਕਿ ਕੋਈ ਉੱਡਦੇ ਹੋਏ ਧੂਏ ਨੂੰ ਹੱਥ ਵਿੱਚ ਪਕੜ ਸਕਦਾ ਹੈ? ਨਹੀਂ ਪਕੜ ਸਕਦਾ। ਕੋਈ ਇੱਕ ਭਾਰੇ ਪੱਥਰ ਨੂੰ ਪਾਣੀ ਦੇ ਵਿੱਚ ਰੋੜ ਦਵੇ, ਕੀ ਉਹ ਪਾਣੀ ਦੇ ਅੰਦਰ ਰੋੜਿਆ ਹੋਇਆ ਪੱਥਰ ਤਰ ਸਕਦਾ ਹੈ ਭਾਰਾ? ਨਹੀਂ ਤਰ ਸਕਦਾ। ਪਰ ਇੱਕ ਜੁਗਤੀ ਹੈ, ਜੇ ਜੁਗਤੀ ਨੂੰ ਤੂੰ ਵਰਤ ਲਵੇਂ ਫਿਰ ਸਾਰਾ ਕੁਝ ਹੀ ਹੋ ਸਕਦਾ ਹੈ। ਜੁਗਤੀ ਹੈ, ਪੱਥਰ ਤਰ ਜਾਏਗਾ। ਪੱਥਰ ਤਰੇਗਾ ਕਿਵੇਂ? ਜਦੋਂ ਉਹਨੂੰ ਲੱਕੜ ਦੀ ਸੰਗਤ ਮਿਲ ਜਾਏਗੀ। ਉਸੇ ਭਾਰੇ ਪੱਥਰ ਨੂੰ ਰੱਖ ਤੂੰ ਉਹਦੇ ਲੱਕੜ ਦੇ ਉੱਪਰ, ਬੇੜੀ ਦੇ ਵਿੱਚ ਰੱਖ, ਕਿਉਂ ਨਹੀਂ ਤਰੇਗਾ? ਤਰੇਗਾ। ਜੁਗਤੀ ਨਾਲ ਉਹ ਤਰੇਗਾ, ਤੂੰ ਵੀ ਤਰੇਗਾ। ਪਰ ਕਿਵੇਂ ਤਰੇਗਾ? ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਬੋਲ, ਜੇ 100 ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੈ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਜਿਹਨੂੰ ਮਹਾਰਾਜ ਕਹਿੰਦੇ ਗੁਰੂ ਦੀ ਇਤਨੀ ਲੋੜ ਹੈ, ਤੇਰੇ ਜੀਵਨ ਦੇ ਅੰਦਰ ਇਤਨੀਆਂ ਲੋੜਾਂ ਗੁਰੂ ਦੀਆਂ, ਸੱਚੇ ਗੁਰੂ ਦੀਆਂ, ਜਿਹਦੇ ਨਾਲ ਤੂੰ ਭਵ ਸਾਗਰ ਤੋਂ ਤਰਨਾ ਹੈ। ਲਾਲ ਰਤਨ ਬਹੁ ਮਾਣਕੀ, ਜਿਹਦੇ ਕੋਲ ਲਾਲ ਰਤਨਾਂ ਦੀ ਖਾਣ, ਬਹੁ ਮਾਣਕੀ ਬੜੇ ਬੇਸ਼ਕੀਮਤੀ, ਤੇ ਕਿੱਥੇ ਹਨ? ਸਤਿਗੁਰ ਹਾਥ ਭੰਡਾਰ, ਸਤਿਗੁਰੂ ਜੀ ਦੇ ਪਾਸ, ਗੁਰੂ ਦੇ ਪਾਸ। ਊਤਮ ਹੋਵਾ ਪ੍ਰਭ ਮਿਲਾ, ਊਤਮ ਹੋਵਾ ਪ੍ਰਭ ਮਿਲੈ, ਇੱਕ ਮਨ ਏਕੈ ਪਾਏ। ਊਤਮ ਹੋਵਾ, ਜੀਵਨ ਦੇ ਅੰਦਰ ਚੰਗੇ ਗੁਣਾਂ ਨੂੰ ਧਾਰਨ ਕਰਕੇ ਚੰਗੇ ਗੁਣਾਂ ਦੇ ਧਾਰਨੀ ਬਣ ਜਾਵਾਂ। ਪ੍ਰਭ ਮਿਲੈ, ਗੁਰੂ ਦੀ ਕਿਰਪਾ ਨਾਲ ਪ੍ਰੀਤਮ ਮਿਲਾਪ ਹੋਇਆ। ਇੱਕ ਮਨ ਏਕੈ ਪਾਏ, ਇੱਕ ਰਸ ਸੁਰਤ ਜੋੜਨ ਦੇ ਨਾਲ ਇੱਕ ਮਨ ਏਕੈ ਪਾਏ। ਨਾਨਕ ਪ੍ਰੀਤਮ ਰਸ ਮਿਲੈ, ਲਾਹਾ ਲੈ ਪਰਥਾਏ। ਇਹ ਜੀਵ ਨਾਨਕ ਪ੍ਰੀਤਮ ਰਸ ਮਿਲਾ, ਉਹ ਪਰਿਪੂਰਨ ਪਰਮਾਤਮਾ ਨਾਲ ਮਿਲਾਪ ਹੋਇਆ। ਇਹੋ ਲਾਹਾ ਲੈ ਪਰਥਾਏ, ਭਾਵ ਇਹੋ ਇਸੇ ਲਾਹੇ ਨਾਲ ਮੈਂ ਆਪਣੇ ਜੀਵਨ ਨੂੰ ਸਵਾਰ ਲਿਆ। ਮੈਂ ਆਪਣੇ ਜੀਵਨ ਦੀਆਂ ਘੜੀਆਂ ਨੂੰ ਜਾਂ ਜੀਵਨ ਦੇ ਅਮੋਲਕ ਪਲਾਂ ਨੂੰ ਮੈਂ ਸਵਾਰਿਆ ਹੈ। ਰਚਨਾ ਰਾਚ ਜਿਨ ਰਚੀ, ਜਿਨ ਸਿਰ ਆਇਆ ਕਾਰ। ਜਿਨੇ ਆ ਰਚਨਾ ਰਚੀ ਹੈ, ਕੋਟ ਬ੍ਰਹਮੇ ਜਗ ਸਾਜਨ ਲਾਏ, ਐਸੋ ਧਨੀ ਗੋਬਿੰਦ ਹਮਾਰਾ, ਬਰਨ ਨਾ ਸਾਕੋ ਗੁਣ ਬਿਸਥਾਰਾ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਥਾਂ ਬਚਨ ਕਰਦੇ ਹਨ। ਆਸਾ ਰਾਗ ਦਾ ਉਹ ਪਾਵਨ ਪਵਿੱਤਰ ਸ਼ਬਦ ਹੈ। ਕਹਿੰਦੇ ਉਹ ਪ੍ਰਮਾਤਮਾ ਉਹ ਐਸਾ ਨਹੀਂ ਵੀ ਉਹ ਪਰਮਾਤਮਾ ਹੈ ਵੀ ਜਿਵੇਂ ਉਹਨੇ ਇਕੱਲਾ ਰਾਵਣ ਨੂੰ ਮਾਰਤਾ ਤੋ ਪਰਮਾਤਮਾ ਹੈ। ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਹੀਂ। ਦੋ ਉਲਟ ਗੁਣਾਂ ਨੂੰ ਇੱਕ ਥਾਂ ਤੇ ਰੱਖ ਦਿੱਤਾ, ਦੋ ਉਲਟ ਸੁਭਾਵਾਂ ਨੂੰ ਇੱਕ ਥਾਂ ਤੇ ਰੱਖ ਦਿੱਤਾ। ਉਹ ਭਾਵੇਂ ਪ੍ਰਿਥਵੀ ਦਾ ਗੁਣ ਤੇ ਭਾਵੇਂ ਸਰੀਰ ਦਾ ਗੁਣ। ਜਿਸ ਇੱਕ ਮਾਲਕ ਨੇ, ਜਿਸ ਇੱਕ ਸਾਹਿਬ ਨੇ ਉਲਟ ਸੁਭਾਅ ਵਾਲਿਆਂ ਨੂੰ ਇੱਕ ਥਾਂ ਦੇ ਉੱਪਰ ਰੱਖ ਦਿੱਤਾ। ਰਾਵਣ ਮਾਰ ਕਿਆ ਵੱਡਾ ਭਇਆ, ਕਿਆ ਉਪਮਾ ਤੇਰੀ ਪੌਣ ਉਪਾਏ, ਧਰੀ ਸਭ ਧਰਤੀ ਜਲ ਅਗਨੀ ਕਾ ਬੰਦ ਕੀਆ। ਪੌਣ ਉਪਾਏ ਧਰੀ ਸਭ ਧਰਤੀ ਜਲ ਅਗਨੀ ਕਾ ਬੰਦ ਕੀਆ, ਅੰਦੁਲੇ ਦਹਿ ਸਿਰ ਮੂੰਡ ਕਟਾਇਆ, ਰਾਵਣ ਮਾਰ ਕਿਆ ਵੱਡਾ ਭਇਆ। ਰਾਵਣ ਨੂੰ ਮਾਰਤਾ। ਇਸ ਦੇ ਅੰਦਰ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਫਿਰ ਵੱਡਪਣ ਕੀ ਹੈ, ਵੱਡਾਪਣ ਕੀ ਹੈ। ਰਾਵਣ ਮਾਰ ਕਿਆ ਵੱਡਾ ਭਇਆ, ਕਿਆ ਉਪਮਾ ਤੇਰੀ ਆਖੀ ਜਾਏ, ਤੂੰ ਸਰਬੇ ਪੂਰ ਰਹਾ ਲਿਵ ਲਾਏ। ਹੈ ਪਰਿਪੂਰਨ ਪਰਮਾਤਮਾ, ਤੇਰੀ ਉਪਮਾ ਮੈਂ ਕੀ ਬਿਆਨ ਕਰਾਂ। ਤੇਰੀ ਉਪਮਾ ਇਹ ਕਿਵੇਂ ਮੈਂ ਬਿਆਨ ਕਰਾਂ। ਤੂੰ ਇਤਨਾ ਭਾਵ ਦੈਵੀ ਗੁਣਾਂ ਦਾ ਮਾਲਕ ਹੈ ਪਰਿਪੂਰਨ ਪਰਮਾਤਮਾ, ਜਿਨੇ ਪੌਣ ਉਪਾਏ ਧਰੀ ਸਭ ਧਰਤੀ, ਬਿਨ ਥੰਮਾ ਗਗਨ ਰਹਾਇਆ।
ਜਿਹਨੇ ਆਕਾਸ਼ ਰੋਕਿਆ ਬਿਨਾਂ ਥੰਮਾ ਤੋਂ, ਬਿਨਾਂ ਆਸਰੇ ਤੋਂ। ਜਿਹੜਾ ਸਾਰਾ ਕੁਝ ਇੱਕ ਪਰਿਪੂਰਨ ਪਰਮਾਤਮਾ ਦਾ ਸਾਜਿਆ ਹੋਇਆ ਸਾਰਾ ਇੱਕ ਨਿਯਮ ਦੇ ਅੰਦਰ ਅਜੇ ਤੱਕ ਭਾਵ ਪਤਾ ਨਹੀਂ ਕਿਤਨੇ ਕਰੋੜਾਂ ਹਜ਼ਾਰਾਂ ਸਾਲਾਂ ਤੋਂ ਭਾਵ ਉਸੇ ਤਰ੍ਹਾਂ ਇਹ ਚੱਲ ਵੀ ਰਿਹਾ ਹੈ। ਕੱਲ੍ਹ ਹੀ ਅਜੇ ਆਪਾਂ ਜਦੋਂ ਵੇਖ ਰਹੇ ਸਾਂ, ਕਹਿੰਦੇ ਜੀ ਧਰਤੀ ਦੇ ਕੋਲੋਂ ਇੱਕ ਉਲਕਾ ਪਿੰਡ ਲੰਘੇਗਾ ਤੇ ਲੰਘ ਕੇ ਗਿਆ ਕਿੱਥੇ? ਜੇ ਉਹ ਲੰਘਿਆ ਹੈ ਤੇ ਲੰਘ ਕੇ ਗਿਆ ਕਿੱਥੇ? ਐਸੇ ਕੋਈ ਅਨੇਕਾਂ ਹਜ਼ਾਰਾਂ ਹੀ ਜੋ ਇਸ ਆਕਾਸ਼ ਦੇ ਅੰਦਰ ਪਏ ਤੈਰ ਰਹੇ ਹਨ, ਜਿਹਨੂੰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਪਵਿੱਤਰ ਗੁਰੂ ਕੀ ਬਾਣੀ ਅੰਦਰ ਵੀ ਕਈ ਥਾਵਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਉਸ ਪਰਿਪੂਰਨ ਪਰਮਾਤਮਾ ਦੀ ਇਸ ਅਦਭੁਤ ਕਾਦਰ ਦੀ ਕੁਦਰਤ ਨੂੰ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਬਿਆਨ ਪਏ ਕਰ ਰਹੇ ਹਨ। ਜਿਵੇਂ ਆਪਾਂ ਦਰਸ਼ਨ ਕਰਨੇ ਨਾ, ਪਾਵਨ ਪਵਿੱਤਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਬਚਨ ਹੀ ਹਨ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਰਚਨਾ ਰਾਚ ਜਿਨ ਰਚੀ ਜਿਨ ਸਿਰਿਆ ਆਕਾਰ, ਗੁਰਮੁਖ ਬੇਅੰਤ ਧਿਆਈਐ ਅੰਤ ਨ ਪਾਰਾਵਾਰ। ਗੁਰੂ ਦੇ ਰਾਹੀਂ ਗੁਰਮੁਖ, ਗੁਰੂ ਦੇ ਰਾਹੀਂ ਉਸ ਬੇਅੰਤ ਨੂੰ ਧਿਆ, ਗੁਰੂ ਵੱਲ ਮੁਖ ਕਰ, ਜਾਂ ਗੁਰੂ ਦੇ ਰਾਹੀਂ ਖੱਖੇ ਨੂੰ ਸਿਹਾਰੀ ਹੈ, ਇੱਥੇ ਪਾਵੇ ਦਾ ਬਣਦਾ ਹੈ ਗੁਰੂ ਵੱਲ ਮੁਖ। ਗੁਰੂ ਦੇ ਰਾਹੀਂ, ਗੁਰੂ ਦੇ ਨਾਲ, ਗੁਰੂ ਦੀ ਕਿਰਪਾ ਨਾਲ ਗੁਰਮੁਖ ਬੇਅੰਤ ਧਿਆਈ ਹੈ, ਉਸ ਬੇਅੰਤ ਨੂੰ ਤੂੰ ਧਿਆਉਣਾ ਕਰ। ਅੰਤ ਨਾ ਪਾਰਾਵਾਰ, ਜਿਸ ਦਾ ਅੰਤ, ਜਿਸ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਕਿਉਂਕਿ ਅੱਜ ਦੇ ਪਾਵਨ ਪਵਿੱਤਰ ਜਿਹੜੇ ਸ਼ਬਦ ਵੀ ਆਏ ਇਹਨਾਂ ਪਾਵਨ ਸਥਾਨਾਂ 'ਤੇ ਮੁੱਖ ਵਾਕ ਰੂਪ ਅੰਦਰ, ਉੱਥੇ ਸਤਿਕਾਰਯੋਗ ਬਾਬਾ ਕਬੀਰ ਸਾਹਿਬ ਜੀ ਨੇ ਵੀ ਇਹ ਉਹ ਬਖਸ਼ਿਸ਼ ਕੀਤੀ, ਸਨਕ ਸਨੰਦ ਮਹੇਸ਼ ਸਮਾਨਾ, ਸ਼ੇਖ ਨਾਗ ਤੇਰੋ ਮਰਮ ਨਾ ਜਾਨਾ। ਸਤ ਸੰਗਤ ਰਾਮ ਹਿਰਦੈ ਬਸਾਈ ਰਹਾਓ, ਹਨੂਮਾਨ ਸਰ ਗਰੁੜ ਸਮਾਨਾ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਸ਼ੇਸ਼ ਨਾਗ ਦੇ ਪਰਥਾਏ ਪ੍ਰਚਲਿਤ ਹੈ। ਇਹ ਮੰਨਿਆ ਗਿਆ ਵੀ ਸ਼ੇਸ਼ ਨਾਗ ਦੇ ਹਜ਼ਾਰਾਂ ਫਨ ਨੇ, ਹਜ਼ਾਰਾਂ ਫਨ, ਹਜ਼ਾਰਾਂ ਫਨ ਨੇ, ਤੇ ਉਹ ਆਪਣੇ ਹਰ ਇੱਕ ਫਨ ਦੇ ਨਾਲ ਪਰਮਾਤਮਾ ਦਾ ਨਵਾਂ ਨਾਮ ਲੈਂਦਾ ਹੈ, ਨਵਾਂ ਨਾਮ। ਇਤਨੇ ਹਜ਼ਾਰਾਂ ਫਨ ਤੇ ਹਜ਼ਾਰਾਂ ਫਨਾਂ ਦੇ ਨਾਲ ਪਰਮਾਤਮਾ ਦਾ ਨਵਾਂ ਨਾਮ ਲੈਂਦਾ ਹੈ। ਤੇ ਬਾਬਾ ਜੀ, ਬਾਬਾ ਕਬੀਰ ਸਾਹਿਬ ਕਹਿੰਦੇ ਸ਼ੇਖ ਨਾਗ ਤੇਰੋ ਮਰਮ ਨਾ ਜਾਨਾ, ਉਹਨੇ ਵੀ ਪਾਵੰਤ ਨਹੀਂ ਪਾਇਆ। ਬਸ ਕਰੀਏ ਕਿ ਸੰਤ ਸੰਗਤ ਰਾਮ ਹਿਰਦੈ ਬਸਾਈ, ਉਸ ਪਰਿਪੂਰਨ ਪਰਮਾਤਮਾ ਨੂੰ ਆਪਣੇ ਹਿਰਦੇ ਅੰਦਰ ਵਸਾਵਾਂ। ਹਨੂਮਾਨ ਸਰ ਗਰੁੜ ਸਮਾਨਾ, ਸੁਰਪਤ ਨਰਪਤ ਨਹੀਂ ਗੁਣ ਜਾਨਾ। ਚਾਰ ਵੇਦ ਅਰ ਸਿਮਰਤ ਪੁਰਾਨਾ, ਕਮਲਾ ਪਤ ਕਵਲਾ ਨਹੀਂ ਜਾਨਾ, ਕਿਸੇ ਅੰਤ ਨਹੀਂ ਪਾਇਆ। ਕਹਿ ਕਬੀਰ ਸੋ ਭਰਮੈ ਨਾਹੀ, ਪਗ ਲਗ ਰਾਮ ਰਹਿ ਸ਼ਰਨਾਈ। ਜੋ ਉਸ ਮਾਲਕ ਦੇ ਚਰਨਾਂ ਕਮਲਾਂ ਵਿੱਚ ਭਾਵ ਜੁੜਦਾ ਹੈ। ਸਤਿਗੁਰੂ ਗੁਰੂ ਗਰੀਬ ਨਵਾਜ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰਨ। ਜੋ ਇਹ ਪਾਵਨ ਪਵਿੱਤਰ ਪ੍ਰਕਰਨ ਸੀ ਕਿ ਬੀਜੋ ਸੂਝੈ ਕੋ ਨਹੀਂ, ਬਹਿ ਦੁਲੀਚਾ ਪਾਏ ਨਰਕ ਨਵਾਰ ਨਰਹ ਨਰ, ਸਾਚੋ ਸਾਚੈ ਨਾਏ। ਇਹ ਪਾਵਨ ਪਵਿੱਤਰ ਉਪਦੇਸ਼ ਬਚਨ ਸਾਹਿਬ ਦੇਰੀ ਦੇ ਅੰਦਰ ਵਸ ਜਾਣ ਜੀ। ਫਤਿਹ ਪ੍ਰਵਾਨੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।